इस चैनल को सब्सक्राइब करें और घंटा दबाना ना भूलें। यसु मेरे नाल रहिंदा ए, डरी ना हो मैनू बस कहंदा ए। यसु मेरे नाल रहिंदा ए, डरी ना हो मैनू बस कहंदा ए। फिर क्यों डरा मैं, फिर क्यों डरा, मेरा जिंदा खुदा मेरे नाल है। फिर क्यों डरा मैं, फिर क्यों डरा, मेरा ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਇਹ ਮੁਬਾਰਕ ਦਿਨ ਸਾਨੂੰ ਤੇਰੇ ਵੱਲੋਂ ਮਿਲਿਆ ਹੈ ਔਰ ਬਹੁਤੇ ਅੱਜ ਇਸ ਦਿਨ ਨੂੰ ਵੇਖ ਨਹੀਂ ਸਕੇ। ਆਪ ਨੇ ਸਾਨੂੰ ਵਿਖਾਇਆ ਇਸ ਲਈ ਕਿ ਇਸ ਵਿੱਚ ਤੇਰੀ ਵਡਿਆਈ, ਤੇਰੀ ਉਸਤਤ ਕਰ ਸਕੀਏ। ਅਸੀਂ ਪਾਪੀ ਸਾਂ, ਤੁਸੀਂ ਸਾਡੇ ਪਾਪੀਆਂ ਦੇ ਲਈ ਆਪਣੇ ਜੀਵਨ ਨੂੰ ਕਾਲਵਰੀ ਕਰੂਸ ਦੇ ਉੱਤੇ ਦਿੱਤਾ ਕਿ ਅਸੀਂ ਉਸ ਬਲੀਦਾਨ ਦੇ ਉੱਤੇ ਨਿਹਚਾ ਕਰਕੇ ਤੇਰੇ ਕੋਲੋਂ ਜੀਵਨ ਪ੍ਰਾਪਤ ਕਰ ਤੇਰੇ ਰਾਜ ਦੀ ਵਡਿਆਈ, ਤੇਰੇ ਰਾਜ ਦੀ ਉਸਤਤ ਕਰ ਸਕੀਏ। ਇਸ ਸਾਰੀ ਭਲਾਈ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। ਅੱਜ ਦੇ ਵਚਨ ਦੇ ਰਾਹੀਂ ਸਾਨੂੰ ਆਪਣੀ ਤੌਫੀਕ ਦੇ ਕੇ ਆਪਣੇ ਰਾਜ ਵਿੱਚ ਚਲਾ, ਤਾਂ ਕਿ ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਸਾਡੇ ਜੀਵਨ ਦੇ ਵਿੱਚ ਅਧਿਕਾਈ ਨਾ ਹੋ ਸਕੇ ਔਰ ਤੇਰੇ ਹੀ ਨਾਮ ਨੂੰ ਆਦਰ ਮਾਨ ਸਨਮਾਨ ਮਿਲੇ। ਇਹ ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੋ ਕੇ ਮੰਗਦੀ ਹੈ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਲਿਆ ਹੈ ਸਿੱਖਿਆ ਦੇ ਲਈ, ਉਹ ਲਿਆ ਹੈ ਵਿਵਸਥਾ ਸਾਰ ਦੀ ਪੁਸਤਕ, ਉਸ ਦਾ 32 ਅਧਿਆਇ, ਉਸ ਦੀ 10 ਆਇਤ ਵਿੱਚ। ਇੱਥੇ ਲਿਖਿਆ, ਉਸ ਨੇ ਉਹਨੂੰ ਉਜਾੜ ਧਰਤੀ ਵਿੱਚੋਂ ਲੱਭਿਆ ਅਤੇ ਸੁਨਸਾਨ ਵਣ ਵਿੱਚੋਂ ਉਸ ਨੇ ਉਸ ਨੂੰ ਘੇਰੇ ਵਿੱਚ ਲੈ ਲਿਆ ਅਤੇ ਉਹਦੀ ਖਬਰ ਲਈ ਅੱਖ ਦੀ ਕਾਕੀ ਵਾਂਗੂ ਉਸ ਨੇ ਉਹਦੀ ਰਾਖੀ ਕੀਤੀ। ਅੱਜ ਦਾ ਮੇਰਾ ਵਚਨ ਦਾ ਵਿਸ਼ਾ ਹੈ ਪਰਮੇਸ਼ਵਰ ਦੀ ਰਾਖੀ ਵਿੱਚ ਆਸ਼ੀਸ਼। ਪਰਮੇਸ਼ਵਰ ਦੀ ਰਾਖੀ ਵਿੱਚ ਆਸ਼ੀਸ਼, ਇਹ ਬਹੁਤ ਵੱਡੀ ਗੱਲ ਹੈ। ਜਦੋਂ ਮੈਂ ਇਸ ਵਚਨ ਨੂੰ, ਮੂਸਾ ਦੇ ਇਸ ਗੀਤ ਨੂੰ, ਜੋ ਪਰਮੇਸ਼ਵਰ ਨੇ ਉਸ ਦੇ ਨਾਲ ਉਸ ਦੇ ਜੀਵਨ ਦੇ ਵਿੱਚ ਭਲਾਈਆਂ ਕੀਤੀਆਂ, ਉਸ ਨੂੰ ਉਹ ਆਪਣੇ ਗੀਤ ਦੇ ਵਿੱਚ ਪ੍ਰਗਟ ਕਰਦਾ ਹੈ ਤੇ ਉਸ ਵਿੱਚ ਉਸ ਨੂੰ ਦੱਸਦਾ ਹੈ ਕਿ ਉਸ ਨੇ ਉਸ ਨੂੰ ਉਜਾੜ ਧਰਤੀ ਵਿੱਚੋਂ ਲੱਭਿਆ। ਜਦੋਂ ਅਸੀਂ ਮਿਸਰ ਦਾ ਜ਼ਿਕਰ ਕਰਦੇ ਹਾਂ, ਮਿਸਰ ਦੀ ਗੱਲ ਕਰਦੇ ਹਾਂ, ਤਾਂ ਮਿਸਰ ਸ਼ਬਦ ਦਾ ਜੋ ਅਸਲ ਅਰਥ ਆਉਂਦਾ ਹੈ, ਉਹ ਆਉਂਦਾ ਹੈ ਮਰੂਸਥਲ। ਉਸ ਦਾ ਮਤਲਬ ਆਉਂਦਾ ਹੈ ਅਜਿਹੀ ਭੂਮੀ ਜਿਸ ਵਿੱਚ ਕੋਈ ਚੀਜ਼ ਪੈਦਾ ਨਹੀਂ ਹੋ ਸਕਦੀ। ਪਰ ਉਸ ਦੇ ਵਿੱਚ ਦਾਖ ਅਤੇ ਮਧੂ ਦੀਆਂ ਧਾਰਾਵਾਂ ਨਹੀਂ ਸੀ ਵਗਦੀ, ਨਾ ਉਸ ਦੇ ਵਿੱਚ ਕੋਈ ਅਜਿਹੀ ਗੱਲ ਪਾਈ ਜਾਂਦੀ ਸੀ। ਪਰ ਉਸ ਮਿਸਰ ਦੇ ਵਿੱਚ, ਉਸ ਉਜਾੜ ਦੇ ਵਿੱਚ, ਉਸ ਮਰੂਸਥਲ ਦੇ ਵਿੱਚ ਫੈਰੋਨ ਨੇ ਇਸਰਾਇਲ ਦੇ ਪਹਿਲੋਠਿਆਂ ਦੀ ਹੱਤਿਆ ਕੀਤੀ। ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਚੰਗਾ ਨਹੀਂ। ਪਰ ਯਾਕੂਬ ਅਰਥਾਤ ਠੱਗ, ਅਸੀਂ ਸਾਰੇ ਯਾਕੂਬ ਵਾਂਗ ਠੱਗੀ ਹਾਂ। ਇਸ ਦੇ ਬਾਵਜੂਦ ਜਿਵੇਂ ਪਰਮੇਸ਼ਵਰ ਨੇ ਯਾਕੂਬ ਨੂੰ ਉਸ ਦੀ ਮੀਰਾਸ ਦਾ ਹਿੱਸਾ ਬਣਾਇਆ, ਉਵੇਂ ਹੀ ਉਸਨੇ ਉਸ ਦੀ ਮੀਰਾਸ ਬਣਾਇਆ। ਇਹ ਬੜਾ ਗਹਿਰਾ ਅਤੇ ਗੂੜ ਭੇਦ ਹੈ। ਪਰਮੇਸ਼ਵਰ ਮੈਨੂੰ ਅਤੇ ਆਪ ਨੂੰ
ਲੱਭਦਾ ਹੈ। ਉਸ ਨੂੰ ਪਤਾ ਹੈ ਕਿ ਅਸੀਂ ਗੁਆਚੇ ਹੋਏ ਹਾਂ, ਪਰ ਉਹ ਲੱਭ ਕੇ ਮੇਰੀ ਰਾਖੀ ਕਰਨਾ ਚਾਹੁੰਦਾ ਹੈ ਅਤੇ ਮੈਨੂੰ ਆਪਣੇ ਰਾਜ ਵਿੱਚ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰਨਾ ਚਾਹੁੰਦਾ ਹੈ। ਕਿੰਨੀ ਸੁੰਦਰ ਗੱਲ ਹੈ ਜੋ ਮੂਸਾ ਦੇ ਰਾਹੀਂ ਇਸ ਜਗ੍ਹਾ ਦੇ ਉੱਤੇ ਆਤਮਿਕ ਰੀਤੀ ਦੇ ਨਾਲ ਮੇਰੇ ਅਤੇ ਆਪ ਦੇ ਲਈ ਪ੍ਰਗਟ ਕੀਤੀ। ਉਸ ਨੇ ਉਹਨੂੰ ਉਜਾੜ ਧਰਤੀ ਵਿੱਚ ਲੱਭਿਆ। ਇਹ ਸੰਸਾਰ ਸਾਡੇ ਲਈ ਉਜਾੜ ਅਤੇ ਬੰਜਰ ਭੂਮੀ ਹੈ। ਪਾਪ ਦਾ ਮਤਲਬ ਮੌਤ ਹੈ, ਔਰ ਇਹ ਮੌਤ ਇਸ ਪੂਰੇ ਸੰਸਾਰ ਦੇ ਵਿੱਚ ਛਾਈ ਹੋਈ ਹੈ, ਜਿਹੜੀ ਰਾਜ ਕਰ ਰਹੀ ਹੈ। ਪਰ ਧੰਨਵਾਦ ਹੈ ਉਸ ਪਰਮੇਸ਼ਵਰ ਦਾ ਜਿਸ ਨੇ ਇਸ ਪਾਪ ਦੀ ਇਸ ਸੰਸਾਰ ਦੇ ਵਿੱਚ, ਪਾਪ ਦੇ ਇਸ ਵੱਡੇ ਮਹਾਨਗਰ ਦੇ ਵਿੱਚ ਮੈਨੂੰ ਅਤੇ ਆਪ ਨੂੰ ਲੱਭਿਆ। ਕਿਉਂ ਲੱਭਿਆ? ਕਿਉਂਕਿ ਅਸੀਂ ਉਹਦੀ ਰਚਨਾ ਸੀ। ਕਿਉਂ ਲੱਭਿਆ? ਕਿਉਂਕਿ ਉਹ ਸਾਨੂੰ ਆਪਣੀ ਭਗਤੀ ਦੇ ਲਈ ਆਪਣੇ ਕੋਲ ਲੈ ਕੇ ਆਉਣਾ ਚਾਹੁੰਦਾ ਸੀ। ਕਿਉਂ ਲੱਭਿਆ? ਕਿਉਂਕਿ ਅਸੀਂ ਉਹਦੇ ਸੀ। ਬਾਣੀ ਦੱਸਦੀ ਹੈ ਕਿ ਸਰਵਤ ਸ੍ਰਿਸ਼ਟੀ ਪਰਮੇਸ਼ਰ ਦੀ ਹੈ, ਉਹ ਉਸ ਦਾ ਰਚੇਤਾ ਹੈ। ਜ਼ਬੂਰ 95 ਦੇ ਵਿੱਚ ਵੀ ਪੜ੍ਹੀਏ ਤਾਂ ਉੱਥੇ ਵੀ ਉਹੀ ਕਹਿੰਦਾ ਹੈ, ਉਹੀ ਸਿਰਜਣਹਾਰਾ ਤੇ ਉਹੀ ਤਾਰਨਹਾਰਾ ਹੈ। ਕਿੰਨਾ ਅਦਭੁਤ ਪਰਮੇਸ਼ਰ ਹੈ ਜਿਹਨੇ ਮੈਨੂੰ ਲੱਭਿਆ। ਇਸਰਾਇਲ ਨੂੰ ਬਚਾਉਣ ਦੇ ਲਈ ਉਸਨੇ ਮੂਸਾ ਨੂੰ ਲੱਭਿਆ, ਔਰ ਮੂਸਾ ਦੇ ਰਾਹੀਂ ਉਸ ਇਸਰਾਇਲ ਨੂੰ ਉਸ ਮਰੂ ਸਥਲ ਦੇ ਵਿੱਚੋਂ, ਉਸ ਸੁੱਕੀ ਭੂਮੀ ਦੇ ਵਿੱਚੋਂ, ਉਸ ਉਜਾੜ ਦੇ ਵਿੱਚੋਂ ਉਸ ਨੂੰ ਕੱਢ ਕੇ ਅਜਿਹੀ ਧਰਤੀ ਵੱਲ ਲੈ ਕੇ ਜਾਣ ਲੱਗਾ ਜਿਹੜੀ ਦੁੱਧ ਅਤੇ ਮਧੂ ਦੀ ਧਾਰਾਵਾਂ ਦੇ ਨਾਲ ਪੱਕਦੀ ਹੈ, ਜਿਹੜੀ ਹਰੀ ਅਤੇ ਭਰੀ ਹੈ। ਉਹ ਹੈ ਪਰਮੇਸ਼ਰ ਦੀ, ਜਿਸ ਦੇ ਬਾਰੇ ਦਾਊਦ ਗੀਤ ਲਿਖਦਾ ਹੈ ਜ਼ਬੂਰ 23 ਦੇ ਵਿੱਚ, ਯਹੋਵਾ ਮੇਰਾ ਚਰਵਾਹਾ ਹੈ, ਮੈਨੂੰ ਕੋਈ ਘਟੀ ਨਹੀਂ। ਕਿੰਨਾ ਸੁੰਦਰ ਪਰਮੇਸ਼ਰ ਹੈ ਜਿਸ ਨੇ ਮੈਨੂੰ ਲੱਭਿਆ, ਲੱਭ ਕੇ ਮੇਰੀ ਰਾਖੀ ਕੀਤੀ। ਕੀ ਕਹਿੰਦਾ ਹੈ? ਮੈਨੂੰ ਕੋਈ ਘਟੀ, ਭਾਵੇਂ ਮੈਂ ਮੌਤ ਦੀ ਵਾਦੀ ਵਿੱਚ ਵੀ ਹੋ ਕੇ ਚੱਲਾਂ ਤਾਂ ਵੀ ਤੂੰ ਮੇਰੇ ਨਾਲ ਨਾਲ ਹੈ। ਕਿੰਨਾ ਅਦਭੁਤ ਪਰਮੇਸ਼ਰ ਹੈ, ਕਿੰਨਾ ਸੁੰਦਰ ਪਰਮੇਸ਼ਰ ਹੈ ਜਿਹੜਾ ਮੈਨੂੰ ਇਸ ਬੁਰੇ ਸੰਸਾਰ ਦੇ ਵਿੱਚ, ਇਸ ਬੁਰੀ ਨਗਰੀ ਦੇ ਵਿੱਚ ਮੈਨੂੰ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਲ ਲੱਭਿਆ। ਇਸ ਕਰਕੇ ਬਾਈਬਲ ਬਾਣੀ ਮਤੀ ਦੀ ਅੰਜੀਲ ਦੇ ਵਿੱਚ, ਲੂਕਾ ਦੀ ਅੰਜੀਲ ਦੇ ਵਿੱਚ ਕੀ ਲਿਖਿਆ ਕਿ ਮੈਂ ਗੁਆਚੇ ਹੋਇਆਂ ਨੂੰ ਭਾਲਣ ਆਇਆ ਹਾਂ। ਗੁਆਚੇ ਹੋਇਆਂ ਨੂੰ ਭਾਲਣ ਆਇਆ, ਉਹਨਾਂ ਨੂੰ ਲੱਭਣ ਆਇਆ। ਇਹਦਾ ਮਤਲਬ ਅਸੀਂ ਸਾਰੇ ਗੁਆਚੇ ਹੋਏ ਸਾਂ। ਜਿਨ੍ਹਾਂ ਨੇ ਉਸ ਅਯਾਲੀ ਦੀ ਆਵਾਜ਼ ਨੂੰ ਸੁਣ ਲਿਆ, ਉਸ ਅਯਾਲੀ ਦੇ ਬਾੜੇ ਵਿੱਚ ਆ ਗਏ, ਉਹਨਾਂ ਦੇ ਬਾਰੇ ਯਹੋਨਾ ਦੀ ਅੰਜੀਲ ਉਸ ਦੇ 10 ਅਧਿਆਏ ਦੇ ਵਿੱਚ ਕਹਿੰਦਾ ਹੈ, ਜਿਹੜੀ ਭੇਡ ਮੇਰੇ ਬਾੜੇ ਦੇ ਵਿੱਚ ਆ ਗਈ ਉਸ ਨੂੰ ਕੋਈ ਮੇਰੇ ਤੋਂ ਖੋਹ ਨਹੀਂ ਸਕਦਾ ਹੈ। ਰਾਖੀ, ਔਰ ਉਸ ਦੀ ਰਾਖੀ ਦੇ ਬਾਰੇ ਉਹ ਕੀ ਕਹਿੰਦਾ ਹੈ? ਉਸ ਨੂੰ ਉਸਨੇ ਘੇਰੇ ਵਿੱਚ ਲੈ ਲਿਆ ਅਤੇ ਉਸ ਦੀ ਖਬਰ ਲਈ ਅਤੇ ਅੱਖ ਦੀ ਕਾਕੀ ਵਾਂਗੂ ਉਸ ਨੇ ਉਹਦੀ ਰਾਖੀ ਕੀਤੀ। ਅੱਖ ਦੀ ਕਾਕੀ ਮਤਲਬ ਪੁਤਲੀ। ਇਹ ਪੁਤਲੀ ਦਾ ਜਿਹੜੀ ਅੱਖ ਦੀ ਹੈ, ਇਹਦਾ ਬਹੁਤ ਵੱਡਾ ਫਰਕ ਹੈ। 1 ਸੈਕਿੰਡ ਦੇ 10ਵੇਂ ਹਿੱਸੇ ਦੇ, 1 ਸੈਕਿੰਡ ਦਾ ਜੋ 10ਵਾਂ ਹਿੱਸਾ ਹੈ, ਉਹਦੇ ਵਿੱਚ ਇਹ ਅੱਖ ਦੀ ਕਾਕੀ 25 ਵਾਰ ਫਲੈਕਸਿੰਗ ਕਰ ਦਿੰਦੀ ਹੈ, ਸਾਨੂੰ ਪਤਾ ਨਹੀਂ ਲੱਗਦਾ। ਕਿਉਂ? ਕਿਉਂਕਿ ਇਹ ਅੱਖ ਨੂੰ ਸਾਫ਼ ਰੱਖਦੀ ਹੈ। ਜੇ ਕਚਰਾ ਵੀ ਆ ਜਾਵੇ ਤਾਂ ਉਹਨੂੰ ਬਾਹਰ ਕੱਢ ਦਿੰਦੀ ਹੈ, ਮੈਲਟ ਕਰ ਦਿੰਦੀ ਹੈ। ਅਸੀਂ ਕਈ ਵਾਰ ਮਲਦੇ ਹਾਂ ਨਾ, ਫਿਰ ਉਹ ਸਾਫ਼ ਹੋ ਜਾਂਦਾ, ਪਤਾ ਨਹੀਂ ਲੱਗਦਾ। ਇੱਦਾਂ ਦੀ
परमेश्वर की रचना और परमेश्वर की इस रचना दे विच जिसने मैनू लभ्या वो अख दी काकी वांगू मेरी राखी करता है। मेरे विच हर एक आउण वाली बदी नू, मेरे उत्ते आउण वाले हर एक कष्ट नू वो अपने पूजा दे नाल, अपने बल दे नाल मेरे जीवन चों दूर कर दिंदा है, क्योंकि वो जिउंदा परमेश्वर है। बाणी दे विच जदों मैं जबूर 17:8 पढ़दा हाँ तां उस विच भजनकार बेनती करदा होया नज़र आउंदा है। जदों मैं 17:8 पढ़दा हाँ, मैं आप दे लई उस नूं पढ़ रहा हाँ। 17:8 दे विच इत्थे लिखिया है, अख दी काकी दी न्याई मेरी रखिया कर। देखो दाऊद बादशाह जानदा सी मूसा दे समय दे विच कहा गया वचन, वो अख दी काकी वांग मेरी रखिया करदा है। इत्थे लिखिया अख दी काकी दी न्याई मेरी रखिया कर। माई मेरी प्रार्थना, माई प्रेयर ਉਹਦੇ ਵਿੱਚ होना चाहिए एवरी डे। जद असी नहीं करते हैं तो असी खतरे ਵਿੱਚ पै जाते हैं। अपने खंभां ਦੀ छाया हेठ मैनू लुका लै। भजनकार ਦਾ ਇਹ ਬਿਆਨ, ਇਹਦਾ मतलब असी सब भेडा वांगू तितर बितर होए सी ते परमेश्वर ने अपने पुत्र प्रभु यसू मसीह दी राही मैनू लभ्या अते अख दी काकी वांगू मेरी रखिया करता है। इस पापी संसार दे विच उसने मैनू चुनिया। हो सकता है आप नूं चुनिया। जे आप हजे तक उहदी शरण विच नहीं है तां तुसीं उस शरण विच, क्योंकि ये आवाज़ आप नूं अज दस रही है कि वह परमेश्वर पुत्र मैनू अते आप नूं लभण आया। काहदे लई? कि असी पापां तो आज़ाद हो के परमेश्वर दी संतान बन जाइए। वो संतान बन के उसकी सुरक्षा हेठ आ जाइए। जदों उसकी सुरक्षा हेठ आ जाते हाँ तो परमेश्वर की बरकत मेरे अते आप दे जीवन में आउंदी है। स्वर्गों परमेश्वर ने अपने प्यारे पुत्र नूं मैनू अते आप नूं लभण लई घल्लिया कि असी ओहदे डेरे विच आ जाइए। ओहदा डेरा स्वर्गीय डेरा, संसार दा नहीं, स्वर्गीय डेरे विच आ जाइए। क्यों? क्योंकि जदों मैं यूहन्ना दी अंजील उसदा 1 अध्याय उसदी 14 आयत पढ़दा हाँ तां उस विच परमेश्वर पुत्र दा ये वाक जो परमेश्वर दी बोलों मैनू मिलदा है, अते शब्द दे धारी होया अते किरपा ते सच्चाई नाल भरपूर होके साडे विच डेरा कीता, वास कीता। अते असी उस दा तेज पिता दे इकलौते दे तेज वर्गा डिठा। काहदे लई? कि असी उस घेरे दे विच जिस विच परमेश्वर मैनू लैके आउणा चाहुंदा असी सुरक्षित रहीए। उस घेरा काहदा है? आग्याकारिता दा, ओबीडियंस दा। मैं वो भी आप दे लई पढ़ रहा हाँ। जदों असी जबूरां दी पोथी उसदा 7 अध्याय उसदी 2 आयत पढ़ते हाँ तां उत्थे जो जबूरां दा लिखण वाला सुलेमान वो की दसदा है, बड़ी गहरी गल। मेरे हुक्मां नूं मन अते जिउंदा रह अते मेरी तलीम नूं अपनी अख दी काकी वर्गा जान। ਇਹਦਾ मतलब परमेश्वर दे हुक्म अते परमेश्वर दी तालीम भाव सिक्ख्या मेरे जीवन दे विच अख दी काकी दी वांग मेरे जीवन दे विच जो बुराइयां है, मेरे जीवन दे विच जो पाप है उसनूं दूर करन दे लई मेरी मदद करदे है। जिवें जबूर 119:11 विच भजनकार कहंदा है कि मैं तेरे वचन नूं अपने दिल विच जमा कर लिया है कि तेरे विरुद्ध पाप ना करा। अख दी काकी वांगू मैनू साफ रखदा है अपने हुक्मां अते अपनी सिक्ख्या देना। जिन्हें मैनू लभ्या
ਉਸਨੇ ਮੈਨੂੰ ਆਪਣੇ ਹੁਕਮਾਂ ਵਿੱਚ ਲਿਆ ਅਤੇ ਉਸਨੇ ਮੈਨੂੰ ਤਾਲੀਮ ਦਿੱਤੀ ਕਿ ਮੈਂ ਉਹਦੇ ਆਉਣ ਤੱਕ ਆਪਣੇ ਆਪ ਨੂੰ ਪਵਿੱਤਰ ਰੱਖਾਂ ਅਤੇ ਉਸ ਦੇ ਨਾਲ ਜਾ ਮਿਲਾਂ। ਕਿੰਨਾ ਅਦਭੁਤ ਪਰਮੇਸ਼ਰ ਹੈ ਜਿਸ ਨੇ ਮੈਨੂੰ ਭਾਲਿਆ, ਆਪਣੇ ਘੇਰੇ ਵਿੱਚ ਲਿਆ ਅਤੇ ਅੱਖ ਦੀ ਕਾਕੀ ਵਾਂਗ ਮੇਰੀ ਰਾਖੀ ਕਰਦਾ ਹੈ। ਕਿੰਨਾ ਅਦਭੁਤ ਪਰਮੇਸ਼ਰ ਹੈ, ਕਿੰਨਾ ਉਸਤਤ ਦੇ ਯੋਗ ਪਰਮੇਸ਼ਰ ਹੈ, ਕਿੰਨਾ ਵਡਿਆਈ ਦੇ ਯੋਗ ਪਰਮੇਸ਼ਰ ਹੈ। ਇਹਦਾ ਮਤਲਬ ਬਾਣੀ ਦੇ ਵਿੱਚ ਮੇਰੇ ਅਤੇ ਆਪ ਦੇ ਪ੍ਰਤੀ ਪਰਮੇਸ਼ਰ ਦਾ ਕੀ ਵਿਚਾਰ ਹੈ। ਜਦੋਂ ਮੈਂ ਜ਼ਕਰਿਆ ਦੀ ਪੁਸਤਕ ਉਸ ਦਾ 2:8 ਪੜ੍ਹਦਾ ਹਾਂ ਤਾਂ ਉਸ ਵਿੱਚ ਪਰਮੇਸ਼ਰ ਦਾ ਵਚਨ ਮੈਨੂੰ ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ ਕਿ ਜਿਹੜਾ ਕੋਈ ਤੈਨੂੰ ਅਤੇ ਮੈਨੂੰ ਛੂੰਹਦਾ ਹੈ ਉਹ ਮੇਰੀ ਅੱਖ ਨੂੰ ਛੂੰਹਦਾ ਹੈ, ਔਰ ਜਿਹੜਾ ਉਸ ਨੂੰ ਛੂੰਹਦਾ ਹੈ ਉਹ ਪਰਮੇਸ਼ਰ ਉਸ ਨੂੰ ਨਾਸ਼ ਕਰ ਦਿੰਦਾ। ਮੈਂ 8 ਦੇ ਵਿੱਚ ਪੜ੍ਹ ਰਿਹਾ ਹਾਂ, ਲਿਖਿਆ ਹੈ ਕਿਉਂਕਿ ਜਿਹੜਾ ਤੁਹਾਨੂੰ ਛੂੰਹਦਾ ਹੈ ਉਹ ਉਸ ਦੀ ਅੱਖ ਦੀ ਕਾਕੀ ਨੂੰ ਛੂੰਹਦਾ ਹੈ। ਕਿੰਨਾ ਮੇਰੇ ਲਈ ਸਹਾਰਾਦਾਇਕ ਵਚਨ ਹੈ। ਜਿਹੜਾ ਤੁਹਾਨੂੰ ਛੂੰਹਦਾ ਹੈ ਉਹ ਮੇਰੀ ਅੱਖ ਦੀ ਕਾਕੀ ਨੂੰ ਛੂੰਹਦਾ ਹੈ। ਕਿੰਨੀ ਵੱਡੀ ਸੁਰੱਖਿਆ ਪਰਮੇਸ਼ਰ ਨੇ ਦਿੱਤੀ ਹੈ। ਔਰ ਇਸ ਸੁਰੱਖਿਆ ਦੇ ਵਿੱਚ ਇੱਕ ਵਾਰ ਫਿਰ ਮੈਂ ਆਪ ਸਭ ਨੂੰ, ਭਾਈ ਭੈਣਾਂ ਨੂੰ, ਜਿੰਨੇ ਇਸ ਆਵਾਜ਼ ਨੂੰ ਸੁਣਦੇ, ਇਸ ਵਚਨ ਨੂੰ ਸੁਣਦੇ ਆ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਨੇ ਮੈਨੂੰ ਲੱਭਿਆ ਅਤੇ ਆਪਣੇ ਘੇਰੇ ਵਿੱਚ ਲਿਆ, ਭਾਵ ਆਪਣੇ ਸਵਰਗ ਰਾਜ ਵਿੱਚ ਲੈ ਲਿਆ ਅਤੇ ਹੁਣ ਉੱਥੋਂ ਮੈਨੂੰ ਕੋਈ ਖੋਹ ਨਹੀਂ ਸਕਦਾ। ਉਹਦੇ ਵਿੱਚ ਉਸਨੇ ਮੈਨੂੰ ਆਪਣੇ ਹੁਕਮ ਦਿੱਤੇ। ਹੁਕਮ ਕੀ ਦਿੱਤੇ? ਇੱਕ ਦੂਜੇ ਨਾਲ ਪਿਆਰ ਕਰਨਾ ਹੈ। ਹੁਕਮ ਕੀ ਦਿੱਤਾ ਹੈ? ਆਪਣੇ ਗੁਆਂਢੀ ਦੀ ਤਰ੍ਹਾਂ ਅਸੀਂ ਪਿਆਰ ਕਰਨਾ ਹੈ। ਹੁਕਮ ਕੀ ਦਿੱਤਾ ਹੈ? ਇੱਕ ਦੂਜੇ ਨੂੰ ਖਿਮਾ ਕਰਨਾ ਹੈ। ਹੁਕਮ ਕੀ ਦਿੱਤਾ ਹੈ? ਇੱਕ ਦੂਜੇ ਦੀ ਸਹਿ ਲੈਣਾ ਹੈ। ਹੁਕਮ ਕੀ ਦਿੱਤਾ ਹੈ? ਪਰਮੇਸ਼ਰ ਕਹਿੰਦਾ ਹੈ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਤਿਵੇਂ ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੋ। ਫਿਰ ਇਸ ਤੋਂ ਲੋਕ ਜਾਣਨਗੇ ਕਿ ਅਸੀਂ ਪਰਮੇਸ਼ਰ ਦੇ ਹਾਂ ਔਰ ਪਰਮੇਸ਼ਰ ਦੇ ਘੇਰੇ ਵਿੱਚ ਹਾਂ। ਉਸ ਪਰਮੇਸ਼ਰ ਦੇ ਘੇਰੇ ਵਿੱਚ ਹਾਂ ਜਿਸ ਨੇ ਮੇਰੇ ਨਾਲ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਪਿਆਰ ਕੀਤਾ ਅਤੇ ਮੈਨੂੰ ਆਪਣੇ ਰਾਜ ਲਈ ਚੁਣ ਲਿਆ। ਕਿੰਨੀ ਵੱਡੀ ਆਸ਼ੀਸ਼ ਹੈ ਕਿ ਉਸਨੇ ਮੈਨੂੰ ਚੁਣ ਲਿਆ। ਦੂਸਰਾ, ਉਸਨੇ ਮੈਨੂੰ ਆਪਣਾ ਪੁੱਤਰ ਬਣਾ ਲਿਆ। ਤੀਸਰਾ, ਮੈਨੂੰ ਸਵਰਗ ਰਾਜ ਦਾ ਵਾਰਿਸ ਬਣਾ ਲਿਆ। ਇਸੇ ਕਰਕੇ ਤਾਂ ਅਫਸੀਆਂ 1:3 ਵਿੱਚ ਪਰਮੇਸ਼ਵਰ ਦਾ ਦਾਸ ਪੌਲਸ ਮੇਰੇ ਲਈ ਆਸ਼ੀਸ਼ ਦੀ ਗੱਲ ਨੂੰ ਲਿਖਦਾ ਹੈ। ਇੱਥੇ ਲਿਖਿਆ ਹੈ, ਮੁਬਾਰਕ ਹੋਵੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਵਰ ਅਤੇ ਪਿਤਾ, ਜਿਨੇ ਮਸੀਹ ਵਿੱਚ ਸਵਰਗੀਆਂ ਥਾਵਾਂ ਵਿੱਚ ਸਭ ਪ੍ਰਕਾਰ ਦੀ ਆਤਮਿਕ ਬਰਕਤਾਂ ਨਾਲ ਬਰਕਤ ਦਿੱਤੀ ਹੈ ਨਾ। ਪਰਮੇਸ਼ਰ ਦੀ ਰਾਖੀ ਵਿੱਚ ਆਸ਼ੀਸ਼ ਜੇ ਤੁਸੀਂ ਪਾਉਣਾ ਚਾਹੁੰਦੇ ਹੋ, ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਅੱਜ ਆਪਣੇ ਜੀਵਨ ਦੇ ਵਿੱਚ ਆਪਣੇ ਮੁਖ ਦੇ ਨਾਲ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰੋ ਅਤੇ ਕਹੋ, ਪ੍ਰਭੂ ਤੂੰ ਮੇਰੇ ਪਾਪੀ ਦੇ ਲਈ ਇਸ ਦੁਨੀਆ ਵਿੱਚ ਆਇਆ, ਮੇਰੇ ਪਾਪਾਂ ਦਾ ਸਾਰਾ ਕਰਜ਼ ਕਲਵਰੀ ਕਰੂਸ ਦੇ ਉੱਤੇ ਚੁਕਾਇਆ ਅਤੇ ਮੇਰੇ ਲਈ ਤੂੰ ਮਾਰਿਆ ਗਿਆ ਅਤੇ ਵਚਨ ਦੇ ਅਨੁਸਾਰ ਤੀਸਰੇ ਦਿਹਾੜੇ ਜੀ ਉੱਠਿਆ। ਤੂੰ ਮੇਰਾ ਪ੍ਰਭੂ ਹੈ। ਮੈਂ ਇਸ ਗੱਲ ਨੂੰ ਦਿਲ ਤੋਂ ਸਵੀਕਾਰ ਕਰਦਾ, ਮੰਗਦਾ ਯਿਸੂ ਮਸੀਹ ਦੇ ਨਾਲ। ਪਿਆਰੋ, ਤੁਸੀਂ ਉਹਦੇ ਵਾੜੇ ਦੇ ਵਿੱਚ ਆ ਗਏ ਅਤੇ ਉਹਦੇ ਸੁਰੱਖਿਆ ਦੇ ਘੇਰੇ ਵਿੱਚ ਆ ਗਏ ਅਤੇ ਉਹ ਹੁਣ ਤੁਹਾਨੂੰ ਅੱਖ ਦੀ ਕਾਕੀ ਵਾਂਗ ਤੁਹਾਡੀ ਰਾਖੀ ਕਰੇਗਾ, ਕਿਉਂਕਿ ਉਸ ਦਾ ਵਾਅਦਾ ਹੈ, ਯੁੱਗਾਂ ਦੇ ਅੰਤ ਤੱਕ ਸदैव ਮੈਂ ਤੁਹਾਡੇ ਨਾਲ। ਪਿਆਰੋ, ਜੇ ਤੁਸੀਂ ਸਵੀਕਾਰ ਕਰ ਲਿਆ ਤਾਂ ਸੱਚਮੁੱਚ ਤੁਸੀਂ ਉਹਦੇ ਘੇਰੇ ਵਿੱਚ, ਉਸ ਦੀ ਸੁਰੱਖਿਆ ਦੇ ਵਿੱਚ ਹੋ ਅਤੇ ਪਰਮੇਸ਼ਰ ਦੇ ਵਾਅਦੇ ਤੁਹਾਡੇ ਨਾਲ ਹੈ, ਆਸ਼ੀਸ਼ ਤੁਹਾਡੇ ਨਾਲ। ਜੇ ਤੁਸੀਂ ਨਹੀਂ ਤਾਂ ਅੱਜ ਮੌਕਾ ਹੈ ਕਿ ਤੁਸੀਂ ਉਸ ਨੂੰ ਪ੍ਰਾਪਤ ਕਰੋ ਅਤੇ ਪਰਮੇਸ਼ਰ ਦੀ ਰਾਖੀ ਹੇਠ ਆ ਜਾਓ ਕਿ ਜਦੋਂ ਆਵੇ ਤਾਂ ਤੁਹਾਨੂੰ ਆਪਣੇ ਨਾਲ
ਆਪਣੇ ਰਾਜ ਵਿੱਚ ਲੈ ਲਵੇ। ਪਰਮੇਸ਼ਰ ਆਪ ਸਭ ਦੇ ਨਾਲ ਅਜਿਹਾ ਹੋਣ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਹਾਰਾਜ।